बहुत स्वागत है जी सारे विद्यार्थियों का। बहुत महत्वपूर्ण प्रोग्राम करांगे। सब तो पहला इंपॉर्टेंट सुनेहा, किसी भी कंसलटेंट के खाते च पैसे नहीं पाने, फीस कॉलेज नूं देनी, एक नंबर च पेमेंट अदा करनी। और दूसरा, उस कंसलटेंट कोलों तो सलाह लैनी नहीं जिहदे कोले पंजाब सरकार का लाइसेंस नहीं है। जे कनेडा वाला कोई तां भी चंगी गल है। हुण सवाल यह है कि वीज़ा ऑफिसर नूं किवें पता लगता है कि SOP स्टूडेंट ने लिखी है या एजेंट ने लिखी है। SOP बहुत महत्वपूर्ण डॉकूमेंट है। आम तौर पर अगर SOP माड़ी लिखी होवे तो वीज़ा ऑफिसर नूं समझ नहीं आता कि तुसीं कहना तो करना की चाहुंदे हो। अगर SOP चंगी है, स्टेटमेंट ऑफ परपस, ये हुंदी की है आसान शब्दां च, इहदी इंपॉर्टेंस की है, SOP ਲਈ कौन गाइड करता है, विद्यार्थी SOP किवें लिख सकता है, तो वीज़ा ऑफिसर नूं किवें पता लग जाता है कि ये SOP स्टूडेंट की लिखी है या एजेंट की लिखी है। तो जे पता लग जाए SOP एजेंट की लिखी है तो रिफ्यूज़ल आता है। इन्हां तों की सिक्ख्या मिलती है, ये तीरथ सिंह पनैकल सानूं दस्सणगे, जिहड़े कि बादशाह ने रिफ्यूज़ल केसिस नूं रिजल्ट दिवाउण दे बहुत वड्डा सक्सैस रेट 90% के करीब सक्सैस रेट साडे नाल स्टूडियो मौजूद हैं। बहुत स्वागत है तीरथ जी। थैंक यू सर। प्रोग्राम देखते सारे दर्शकों ਨੂੰ ਸਤਿ ਸ਼੍ਰੀ ਅਕਾਲ ਜੀ। मैं सवाल नहीं दोहराउणा, तुसीं सारा विषय समझ गए हो। मैं चाहूँगा कि चंगी तरह एक्सप्लेन कर दो ताकि पंजाबी च जिन्हों कहते हैं भी कल्ली कल्ली गल मेरे दिमाग च पै जाए। बिल्कुल सर, तो मैं बिल्कुल समझ सकता ये पॉइंट डिस्कशन करना बहुत ज़्यादा इंपॉर्टेंट टॉपिक हैगा। क्योंकि एक दौर ਸੀਗਾ कि जे मैं 2021 ਤੋਂ ਪਹਿਲਾਂ ਦੀ ਗੱਲ ਕਰਾਂ ਜਾਂ ਲੌਕਡਾਊਨ ਤੋਂ ਪਹਿਲੇ ਦੇ ਟਾਈਮ ਦੀ ਗੱਲ ਕਰਾਂ, ਹਾਂ ਲੌਕਡਾਊਨ ਤੋਂ ਬਾਅਦ ਵੀ ਜਿਹੜੇ 21 ਚ ਰਿਜ਼ਲਟ ਆਏ ਜਨਵਰੀ ਚ ਵੈਰੀ ਫੇਵਰੇਬਲ ਰਿਜ਼ਲਟ ਸਟੂਡੈਂਟ ਨੂੰ ਦੇਖਣ ਚ ਮਿਲੇ ਜੀ। ਉਸ ਤੋਂ ਪਹਿਲਾਂ ਦੀ ਗੱਲ ਕਰਦੇ, ਚਲੋ ਆਪਾਂ ਲੌਕਡਾਊਨ ਚ 20 ਦੀ ਗੱਲ ਕਰਦੇ ਹਾਂ, ਤੇ ਸਮਾਂ ਸੀਗਾ ਕਿ ਫਾਈਲਾਂ ਐਮਬੈਸੀ ਚ ਜਾਂਦੀਆਂ, ਇਹ 6 ਚ ਬੈਂਡ ਸੀ। ਇੱਥੇ ਆਪਾਂ ਡਿਸਕਸ ਕਰਦੇ ਹੁੰਦੇ ਸੀ ਕਿ ਸਰ ਜੇ 6 ਚ ਬੈਂਡ ਹੈਗੇ, 60% ਮਾਰਕਸ ਹੈਗੇ ਆ, ਆਪਣੀ ਫਾਈਲ ਲੌਂਚ ਕਰ ਲਓ, ਵੀਜ਼ਾ ਆਏਗਾ ਘਰ ਬੈਠੇ ਹੀ। ਬਟ ਹਾਂ, ਜੇ ਤੁਸੀਂ ਜੈਨੂਨ ਐਡਵਾਈਸ ਚਾਹੀਦੀ ਹੈ, ਕਰੀਅਰ ਕਾਉਂਸਲਿੰਗ ਚਾਹੀਦੀ ਹੈ ਕਿ ਤੁਸੀਂ ਉੱਥੇ ਕਿੱਦਾਂ ਸੈਟਲ ਹੋਣਾ, ਤੁਹਾਡਾ ਕਿਹੜਾ ਕੋਰਸ ਵਧੀਆ, ਕਿੱਦਾਂ ਤੁਸੀਂ ਵਧੀਆ ਭਵਿੱਖ ਬਣਾਉਣਾ, ਕਿੱਦਾਂ ਆਪਣੇ ਫਿਊਚਰ ਦੇ ਗੋਲ ਕਰਨ, ਦੈਨ ਤੁਸੀਂ ਆਪਣੇ ਸਹੀ ਕੰਸਲਟੈਂਟ ਦੀ ਚੋਣ ਕਰੋ। ਇੱਕ ਇਹ ਵੀ ਇੱਕ ਰੀਜ਼ਨ ਸੀਗਾ ਕਿ ਇੰਨੇ ਜ਼ਿਆਦਾ ਕੰਸਲਟੈਂਟ ਖੁੱਲ੍ਹ ਗਏ, ਸਿਰਫ 2 ਫਾਰਮ ਭਰਨੇ ਹੁੰਦੇ ਸੀਗੇ ਅਤੇ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਸੀ। 6 ਚ ਬੈਂਡ ਆਇਲਸ ਨੂੰ ਇੱਕ ਬੜਾ ਇੰਪੋਰਟੈਂਟ ਦਿੱਤੀ ਜੀ। ਬਟ ਦੌਰ ਚੇਂਜ ਹੋਇਆ, ਜਿੱਦਾਂ ਆਸਟ੍ਰੇਲੀਆ ਦੇ ਵਿੱਚ ਚੈਲੰਜਿੰਗ, ਸਟਿਲ ਡੇਟ ਵੀ ਚੈਲੰਜਿੰਗ ਹੈਗਾ ਕਿ ਵੀਜ਼ਾ ਲੈਣਾ। ਆਸਟ੍ਰੇਲੀਆ ਦਾ ਵੀਜ਼ਾ ਬਿਨਾਂ SOP ਤੋਂ ਨਹੀਂ ਆ ਸਕਦਾ। ਸੇਮ ਮੈਥਡ ਅੱਜ ਦੀ ਡੇਟ 'ਚ ਮੈਂ ਪਿਛਲੇ 3-4 ਇਨਟੇਕ ਦੀ ਗੱਲ ਕਰਾਂ ਤਾਂ ਕੈਨੇਡਾ ਨੇ ਉਹ ਅਪਣਾ ਚੁੱਕਾ ਬੜੇ ਵੱਡੇ ਲੈਵਲ 'ਤੇ। ਸੋ ਉਹੀ ਇੱਕ ਵੱਡਾ ਰੀਜ਼ਨ ਹੈਗਾ। ਅਤੇ ਇੱਕ ਪਾਸੇ ਰੀਸੈਂਟ ਪਾਸ ਆਊਟ 7 ਬੈਂਡ ਵਾਲਾ ਰਿਫਿਊਜ਼, ਇੱਕ ਪਾਸੇ 7-8 ਸਾਲ ਗੈਪ ਵਾਲਾ ਬੱਚਾ ਜਿਹੜਾ ਪੁਰਾਣਾ ਪਾਸ ਆਊਟ ਆ, ਉਹ ਵਹੀ ਬੱਚਾ ਵੀਜ਼ਾ ਲੈ ਕਿੱਦਾਂ SOP ਕੀ ਹੈ SOP। ਅਤੇ ਇੱਕ ਬੱਚੇ ਨੂੰ ਹੋਰ ਕਿਹਾ ਜਾਂਦਾ ਕਿ ਨਾ ਗੱਲਾਂ ਨਾਲ ਵੀਜ਼ਾ ਨਹੀਂ। ਸੋ ਮੈਂ ਤਾਂ ਕਹਿੰਦਾ ਬੇਟਾ ਗੱਲਾਂ ਨਾਲ ਵੀ ਵੀਜ਼ਾ ਹੋ ਜਾਂਦਾ, ਬਟ ਗੱਲਾਂ ਕਿਹੜੀਆਂ ਹੋਣੀਆਂ, ਉਹ ਗੱਲਾਂ ਵੀ ਮੈਟਰ ਕਰਦੀਆਂ। ਗੱਲਾਂ ਕਿਹੜੀਆਂ, ਉਹ ਗੱਲਾਂ ਹੈਗੀਆਂ ਟੈਕਨੀਕਲ ਗੱਲਾਂ। ਸੋ SOP ਕੀ ਹੈਗਾ, SOP ਇੱਕ ਜ਼ਰੀਆ ਵਾ ਵੀਜ਼ਾ ਆਫਿਸਰ ਨਾਲ ਗੱਲ ਕਰਨ ਦਾ। ਸੋ SOP ਦੇ ਇੱਕ ਆਧਾਰ 'ਤੇ ਆਪਾਂ, ਕਿਉਂਕਿ ਇੰਟਰਵਿਊ ਨਹੀਂ ਆਉਂਦੀ ਕੈਨੇਡਾ 'ਚ, ਸੋ SOP ਦੇ ਆਧਾਰ 'ਤੇ ਜਿਹੜੇ ਵੀਜ਼ਾ ਆਫਿਸਰ ਦੇ ਡਾਊਟਸ ਹੈਗੇ ਆ, ਜੇ ਤੁਸੀਂ ਉੱਥੇ ਲਿਖਦੇ ਆ ਤਾਂ ਬਿਲਕੁਲ ਤੁਸੀਂ ਵੀਜ਼ਾ ਲੈਣ 'ਚ ਕਾਮਯਾਬ ਹੋ ਜਾਂਦੇ ਆ। ਜਿੱਦਾਂ ਹੁਣ ਵੀ IRCC ਨੇ ਰੀਸੈਂਟ ਵੈਬੀਨਾਰ ਕੀਤਾ, ਉਹਦੇ ਵਿੱਚ ਵੀ SOP ਨੂੰ ਉਹਨਾਂ ਨੇ ਸਟਾਰ 'ਚ ਲੈ ਕੇ ਦਿੱਤਾ ਕਿ ਇੰਪੋਰਟੈਂਟ ਡਾਕੂਮੈਂਟ, ਇਟਸ ਨਾਟ ਮੈਂਡੇਟਰੀ ਬਟ ਵੈਰੀ ਵੈਰੀ ਇੰਪੋਰਟੈਂਟ ਡਾਕੂਮੈਂਟ। ਅੱਜ ਦੀ ਡੇਟ ਇਸ ਤੋਂ ਬਿਨਾਂ ਵੀਜ਼ਾ ਲੈਣਾ ਨੀਅਰ ਟੂ ਇੰਪੋਸੀਬਲ ਆ। ਬਹੁਤ ਮੈਂ ਚੈੱਕ ਅੱਧਾ ਆ ਵੀ ਗਿਆ ਹੋਵੇ, ਸੋ ਉਸ ਮੈਂ ਬਿਲਕੁਲ ਮਾਇਨੇ ਨਹੀਂ ਰੱਖਦਾ, ਬਟ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ। ਤੁਹਾਨੂੰ ਵੀ ਪਤਾ ਹੈ ਸਟੂਡੈਂਟਸ ਨੂੰ, ਕਿ ਬਹੁਤ ਬੱਚੇ ਇਸ ਵੇਲੇ ਵੀਜ਼ਾ ਲੈਣ 'ਚ ਕਾਮਯਾਬ ਨਹੀਂ ਹੋਏ। ਸੋ SOP ਹੀ ਹੈਗੀ ਆ। ਅਤੇ ਦੂਜੀ, ਜਿੱਦਾਂ ਅੱਜ ਦਾ ਸਵਾਲ ਸੀਗਾ ਕਿ SOP ਏਜੰਟ ਬਣਾਵੇ, ਬੱਚਾ ਬਣਾਵੇ। ਸੋ ਬੇਟਾ ਬਿਲਕੁਲ ਮੈਂ ਤਾਂ ਕਹਿੰਦਾ ਚਾਹੇ ਤੁਹਾਡਾ ਕੰਸਲਟੈਂਟ SOP, ਅਸੀਂ ਮੈਂ ਬੱਚਿਆਂ ਦੀ ਪੂਰੀ ਹੈਲਪ ਕਰਦੇ ਹਾਂ, ਬੱਚਿਆਂ ਦੀ ਬਣਾਉਂਦੇ ਹਾਂ, ਅਤੇ ਬਟ ਹਾਂ ਮੇਨ ਜਿਹੜੀ ਇਹ ਚੀਜ਼ਾਂ ਦਾ ਖਿਆਲ ਰੱਖਣ ਵਾਲਾ ਹੈਗਾ। ਸੋ ਬਿਲਕੁਲ ਇਹ ਚੀਜ਼ ਤਾਂ ਸਹੀ ਹੈਗੀ। ਜੇ ਅੰਬੈਸੀ ਨੂੰ ਵੀਜ਼ਾ ਆਫਿਸਰ ਨੂੰ ਪਤਾ ਲੱਗੇ ਕਿ SOP ਬੱਚੇ ਦੀ ਨਹੀਂ ਬਣੀ ਅਤੇ ਰਿਫਿਊਜ਼ਲ ਆਉਣ ਦਾ ਰੀਜ਼ਨ ਆ ਅਤੇ ਆ ਸਕਦੀ ਆ। ਸੋ ਉਹਦੇ 'ਚ ਕਿੱਦਾਂ ਪਤਾ ਲੱਗਦਾ, ਕਿਉਂਕਿ ਨਾ ਬਹੁਤ ਘੱਟ, ਸੋ ਮੈਂ ਮਾਣ ਨਹੀਂ ਕਰਦਾ, ਵਾਹਿਗੁਰੂ ਤੋਂ ਡਰ ਕੇ ਕਹਿੰਦਾ, ਬਹੁਤ ਘੱਟ ਕੰਸਲਟੈਂਟ ਹੈਗੇ ਆ ਜਿਹੜੇ ਕਿ ਕੇਸ ਸਟੱਡੀ ਕਰਦੇ ਆ। ਤੁਹਾਡੀ ਫਾਈਲ 'ਤੇ ਵਿੱਚ ਮਿਹਨਤ ਹੁੰਦੀ ਆ, 1 to 1 ਤੁਹਾਡੇ ਕੇਸ 'ਤੇ ਡਿਸਕਸ ਕੀਤਾ ਜਾਂਦਾ, ਕੇਸ ਸਟੱਡੀ ਕੀਤਾ ਜਾਂਦਾ। ਸੋ ਜਿੱਦਾਂ 2 ਸਕੇ ਭੈਣ ਭਰਾਵਾਂ ਦੀ, 2 ਸਕੇ ਭਰਾਵਾਂ ਦੀ ਕਿਸਮਤ ਸੇਮ ਨਹੀਂ ਹੁੰਦੀ, ਤਾਂ SOP ਵੀ ਕਦੀ ਸੇਮ ਨਹੀਂ ਹੋ ਸਕਦੀ। ਸੋ ਜ਼ਿਆਦਾਤਰ ਆਮ ਤੌਰ 'ਤੇ ਕੀ ਕਹਿੰਦਾ, ਜਦੋਂ ਜ਼ਿਆਦਾ ਰਸ਼ ਹੁੰਦਾ ਨਾ, ਸਿਰਫ ਨਾਮ ਐਡਿਟ ਕੀਤੇ ਜਾਂਦੇ ਆ। ਸੋ ਉਹ SOPਆਂ ਦੇ ਬੇਟਾ ਫਿਰ ਤੁਸੀਂ ਹਾਲਾਤ ਦੇ ਹੀ ਸਕਦੇ ਆ ਕਿ ਉਹ ਬੱਚਿਆਂ ਨਾਲ ਕੀ ਹੋਇਆ ਹੋਊਗਾ, ਉਹ ਬੱਚਿਆਂ ਨੂੰ ਕੀ ਹੁੰਦਾ ਵਾ। ਸੋ ਕਦੀ ਵੀ ਲਾਈਟਲੀ ਨਾ ਲਓ। ਸੋ ਅੱਜ ਕੱਲ੍ਹ ਤਾਂ ਸੌਫਟਵੇਅਰ ਹੀ ਬੜੇ ਆ, ਤੁਸੀਂ ਉੱਥੇ ਚੈੱਕ ਕਰ ਸਕਦੇ, ਕਿਉਂਕਿ ਇੱਥੋਂ ਇੰਡੀਆ 'ਚ ਬੱਚੇ ਜਦੋਂ PhD ਥੀਸਿਸ ਪ੍ਰੋਗਰਾਮ ਬਣਾਉਂਦੇ ਆ, ਥੀਸਿਸ ਕਰਦੇ ਆ, ਜੋ ਆਪਣੀਆਂ ਜਿਹੜੇ ਅਸਾਈਨਮੈਂਟਸ ਬਣਾਉਂਦੇ ਆ, ਤਾਂ ਉਹਨਾਂ ਵਾਸਤੇ ਵੀ 20% ਦਾ ਉਹਨਾਂ ਕੋਲ ਹੁੰਦਾ ਕਿ ਹਾਂ ਕਾਪੀ ਪੇਸਟ ਨਹੀਂ ਚਾਹੀਦਾ। ਸੋ ਤੁਹਾਡੀ SOP ਦੇ ਵਿੱਚ
ਜੇ ਤੁਹਾਡੀ ਇੰਡੀਵਿਜੂਅਲ ਜੇ ਕੇਸ ਸਟੱਡੀ ਹੋਈ ਹੈ, ਤੁਹਾਡੇ ਕੰਸਲਟੈਂਟ ਨੇ ਤੁਹਾਡੇ ਨਾਲ ਕੇਸ ਸਟੱਡੀ ਕੀਤਾ ਹੋਇਆ ਕਿ ਹਾਂ ਵੀ ਤੁਹਾਡੀ ਫਾਈਲ 'ਚ ਗੈਪ ਆ, ਕੀ ਰੀਜ਼ਨ ਰਿਹਾ ਉਹਦੀ ਗੈਪ, ਰਿਫਿਊਜ਼ਲਸ ਆ ਉਹਦੇ ਪਿੱਛੇ ਕੀ ਰੀਜ਼ਨ ਰਿਹਾ, ਫਿਊਚਰ ਗੋਲਸ ਆ, ਤੁਹਾਡੇ ਇੰਟਰਸਟ ਕੀ ਹੈਗਾ, ਕਿੱਦਾਂ ਤੁਹਾਡੀ ਪ੍ਰੋਫਾਈਲ ਨੂੰ ਮੈਚ ਆ। ਸੋ ਜੋ ਕਿ ਪਿਨਾਕਲ ਦੇ ਹਰ ਬੱਚੇ ਨਾਲ ਅਸੀਂ ਪੂਰਾ 100% ਜ਼ੋਰ ਲਾ ਰਹੀ ਦਾ ਵਾ ਕਿ ਹਰ ਬੱਚੇ ਦੀਆਂ ਕੇਸ ਸਟੱਡੀ ਇੰਡੀਵਿਜੂਅਲ ਹੋਵੇ। ਸੋ ਇਸ ਚੀਜ਼ ਦਾ ਮੈਂ ਪੂਰਾ ਸ਼ੋਰ ਹੁੰਦਾ, ਇਸ ਚੀਜ਼ ਦੇ ਮੈਂ ਸ਼ੋਅ 'ਚ ਕਹਿਣ ਲੱਗਾ ਕਿ ਅਸੀਂ ਕਾਪੀ ਪੇਸਟ ਨਹੀਂ ਮਾਰਦੇ ਕਦੀ ਵੀ, ਕਿਉਂਕਿ ਸਾਡੇ ਲਈ ਇੱਕ ਬੱਚੇ ਦੀ ਇੱਕ ਫਾਈਲ ਨਾਲੋਂ ਜ਼ਿਆਦਾ ਉਸ ਬੱਚੇ ਦੀ ਕਿਸਮਤ ਆ, ਜੋ ਕਿ ਸੱਚਾਈ ਵੀ ਆ। ਸੋ ਮੈਂ ਚਾਹੇ ਲਾਈਵ ਬੈਠਾ ਬੋਲ ਸਕਦਾ, ਬਟ ਮੈਂ ਇਸ ਆਪਣੇ ਦਿਲ 'ਤੇ ਹੱਥ ਰੱਖ ਕੇ ਪਰਮਾਤਮਾ ਤੋਂ ਡਰ ਕੇ ਇਹ ਚੀਜ਼ ਕਹਿੰਦਾ ਕਿ ਹਰ ਬੱਚੇ ਦੀ ਫਾਈਲ ਨੂੰ ਪ੍ਰੋਪਰ ਸੀਰੀਅਸ ਲੈ ਕੇ ਕੇਸ ਸਟੱਡੀ ਕਰਕੇ ਦੈਨ ਉਹਦੀ SOP ਦਾ ਕੰਮ ਹੁੰਦਾ ਬੱਚੇ ਨਾਲ ਬੈਠ ਕੇ, ਅਤੇ ਫਾਈਲ ਅੰਬੈਸੀ ਤੋਂ ਜਾਣ ਤੋਂ ਪਹਿਲਾਂ ਬੱਚਾ ਆਪਣੀ ਫਾਈਲ ਚੈੱਕ ਕਰਦਾ। ਸੋ ਇੰਨੇ ਕੌਨਫੀਡੈਂਸ ਨਾਲ ਮੈਂ ਤਾਂ ਹੀ ਕਹਿ ਪਾ ਰਿਹਾ ਕਿਉਂਕਿ ਬਹੁਤ ਸਾਰੇ ਬੱਚੇ ਨੇ ਸਾਡੇ ਤੋਂ ਸਰਵਿਸਿਜ਼ ਲਈਆਂ ਹੋਈਆਂ। ਹਰ ਬੱਚਾ ਚੈੱਕ ਕਰਦਾ, ਅਤੇ ਹਰ ਬੱਚਾ ਚੈੱਕ ਕਰਾਉਣ ਪਿੱਛੇ ਵੀ ਸਾਡੇ ਇੱਕ ਮੋਟਿਵ ਹੈ। ਇਹ ਮੋਟਿਵ ਨਹੀਂ ਕਿ ਮੈਂ ਸੇਫ ਹੋ ਜਾਂਦਾ, ਨਹੀਂ ਬਸ ਚੈੱਕ ਕਰਾਤੀ। ਚੈੱਕ ਹੁੰਦਾ ਮੋਟਿਵ ਹੈ ਕਿ ਬੱਚੇ 'ਚ ਪੋਜ਼ੀਟਿਵ ਵਾਈਬਸ ਆਵੇ, ਫੀਲਿੰਗ ਆਵੇ। ਜੇ ਬੱਚੇ 'ਚ ਹੀ ਪੋਜ਼ੀਟਿਵ ਵਾਈਬ ਫੀਲਿੰਗ ਨਹੀਂ ਆਈਆਂ ਤਾਂ ਵੀਜ਼ਾ ਨਹੀਂ ਆਉਣਾ। ਜੇ ਬੱਚਾ ਹੀ ਨਹੀਂ ਇੰਪ੍ਰੈਸ ਹੋਇਆ ਉਸ ਮਿਹਨਤ ਕੀਤੀ ਤਾਂ ਵੀਜ਼ਾ ਆਫਿਸਰ ਜਿਹੜੇ ਇੰਨਾ ਸਮਾਰਟਲੀ ਕੰਮ ਕਰਦੇ ਆ, ਜਿਨ੍ਹਾਂ ਨੇ ਸਾਨੂੰ ਵੀਜ਼ਾ ਅਪਰੂਵ ਕਰ ਉਹ ਸਾਨੂੰ ਕਿੱਦਾਂ ਵੀਜ਼ਾ ਦੇ ਦੇਣਗੇ। ਸੋ ਐਂਡ ਆਫ ਦਾ ਡੇ ਮੈਟਰ ਕਰਦਾ ਤੁਹਾਡੇ ਕੇਸ 'ਤੇ, ਤੁਹਾਡੀ ਪ੍ਰੋਫਾਈਲ ਦੇ ਕੇਸ ਸਟੱਡੀ, ਰੀਸਰਚ ਪ੍ਰੋਪਰ, ਛੋਟੇ ਤੋਂ ਛੋਟਾ ਪਲੱਸ ਪੁਆਇੰਟ ਵੀ ਤੁਹਾਡੀ ਪ੍ਰੋਫਾਈਲ 'ਚ ਜਾਂ ਅੱਜ ਤੱਕ ਜੋ ਵੀ ਤੁਹਾਡੇ ਨਾਲ ਹੋਇਆ SOP 'ਚ ਮੈਂਸ਼ਨਸ, SOP 'ਚ ਰੀਜ਼ਨਸ ਕਿ ਮੈਂ ਵਾਪਸ ਕਿਉਂ ਆਊਂਗਾ, ਹਰ ਚੀਜ਼ ਜਸਟੀਫਾਈ ਕੀਤਾ। ਸਿਰਫ ਉਹੀ ਬੱਚਾ ਅੱਜ ਦੀ ਡੇਟ 'ਚ ਵੀਜ਼ਾ ਲੈਣ 'ਚ ਕਾਮਯਾਬ ਹੋ ਰਿਹਾ। ਸੋ ਅੱਜ ਇੱਕ ਐਡ ਔਨ ਵੀ ਕਰ ਦਵਾਂ ਇਸ ਸਵਾਲ ਦੇ ਵਿੱਚ, SOP ਦੇ ਲੈਂਥ 'ਤੇ ਵੀ ਨਾ ਬੜਾ ਵੱਡਾ ਕੁਐਸਚਨ ਮਾਰਕ ਹੈਗਾ ਵਾ। SOP ਦੀ ਲੈਂਥ ਕਈ ਵਾਰੀ ਕਿਹਾ ਜਾਂਦਾ ਕਿ 1 ਪੇਜ ਦੀ ਹੋਵੇ, ਵੀਜ਼ਾ ਆਫਿਸਰ ਪੜ੍ਹਦਾ ਨਹੀਂ, ਬਟ ਮੇਰਾ ਅੱਜ ਦੀ ਦੁਬਾਰਾ ਕਹੂੰਗਾ ਐਡੀਆਂ ਮੋਟੀਆਂ ਬੁੱਕਸ ਵੀ ਹੁੰਦੀਆਂ। ਸੋ ਕਈ ਵਾਰੀ ਬੰਦਾ ਪੜ੍ਹਨਾ ਸ਼ੁਰੂ ਕਰਦਾ, ਬਟ ਆਈ ਲਵ ਰੀਡਿੰਗ। ਮੈਨੂੰ ਪੜ੍ਹਨ ਦਾ ਆਪਣਾ ਪਰਸਨਲੀ ਬਹੁਤ ਸ਼ੌਂਕ ਆ, ਤੁਹਾਨੂੰ ਵੀ ਹੋਊਗਾ, ਤੁਹਾਡੇ ਪੇਰੈਂਟਸ ਨੂੰ ਹੋਣਾ। ਸੋ ਕਈ ਵਾਰੀ ਤਾਂ ਇੰਨਾ ਇੰਟਰਸਟਿੰਗ ਟੌਪਿਕ ਹੁੰਦਾ ਜੇ ਮੈਂ ਫਿਲਮ 'ਤੇ ਲਾ ਦਿੰਦਾ, ਜਿਹੜੇ ਬੱਚੇ ਈਜ਼ੀ ਸਮਝਦੇ। ਕਈ ਵਾਰੀ 3 ਘੰਟੇ ਦੀ ਫਿਲਮ ਵੀ ਹੁੰਦੀ ਨਾ, ਬੰਦੇ ਨੂੰ ਲੱਗਦਾ ਯਾਰ ਮੁੱਕ ਗਈ ਆ, ਬੜੀ ਛੋਟੀ ਸੀ। ਇੰਟਰਸਟ ਬਣਾਇਆ ਕਿਉਂਕਿ ਉਸ ਫਿਲਮ ਦੇ ਵਿੱਚ ਕੁਛ ਨਾ ਕੁਛ ਹੁੰਦਾ। ਬਟ ਕਈ ਹੁੰਦਾ ਜਿਹੜੇ ਛੋਟੇ ਸੀਰੀਅਲਸ ਅੱਧੇ ਘੰਟੇ ਦੇ ਉਹ ਵੀ ਬੋਰਿੰਗ ਲੱਗਦੇ ਆ। ਸੋ ਜੇ ਤਾਂ ਵੀਜ਼ਾ ਆਫਿਸਰ ਵੀ ਕਨਵਿੰਸ ਹੁੰਦਾ ਕਿ ਹਾਂ ਵੀ ਜੇ ਤਾਂ ਤੁਹਾਡੀ ਫਾਈਲ ਦੇ ਵਿੱਚ ਪ੍ਰੋਪਰ ਤੁਹਾਡੀ ਡੀਟੇਲ ਤੁਸੀਂ ਅਪ ਟੂ ਦਾ ਪੁਆਇੰਟ ਰਿਸਰਚ ਕਰਕੇ ਲਿਖਿਆ ਹੋਇਆ, ਤਾਂ ਜਿੰਨੀ ਮਰਜ਼ੀ ਲੈਂਥ ਹੋਵੇ, ਤਾਂ ਭਾਵੇਂ 3-4 ਪੇਜਾਂ ਦੀ 5 ਪੇਜਸ ਦੀ ਵੀ ਹੋਵੇ। ਸੋ ਮੈਂ ਆਪਣੀ ਦੱਸਦਾ ਬੇਟਾ, ਅਸੀਂ ਇੰਨੀਆਂ ਸਾਡੀਆਂ ਨੋਰਮਲ ਜਿਹੜੀਆਂ ਲੈਂਥ 3 ਤੋਂ 4 ਪੇਜਸ 'ਤੇ ਚਲੇ ਹੀ ਜਾਂਦੀਆਂ, ਕਿਉਂਕਿ ਮੈਨੂੰ ਉਹਦਾ ਲੱਗਦਾ ਯਾਰ ਲਿਖਣ ਨੂੰ ਹੀ ਬਹੁਤ ਕੁਛ ਹੈਗਾ ਬੱਚੇ ਦੀ ਪ੍ਰੋਫਾਈਲ 'ਚ, ਕਿਉਂ ਨਾ ਲਿਖਾਂ ਜੇ ਹੈਗਾ ਤਾਂ ਜੈਨੂਅਨ ਪੁਆਇੰਟਸ। ਬਟ ਹਾਂ ਉਹਦੀ ਰੈਪਰੈਜ਼ੈਂਟੇਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਆ। ਸੋ ਲੈਂਥ ਨਾਲੋਂ ਜ਼ਿਆਦਾ ਕੰਟੈਂਟ ਮੈਟਰ ਕਰਦਾ ਕਿ ਤੁਹਾਡੀ ਫਾਈਲ ਦੇ ਵਿੱਚ ਕੰਟੈਂਟ ਤੁਸੀਂ ਕੀ ਲਿਖਿਆ। ਸੋ ਹੋਰ ਵੀ ਤੁਹਾਨੂੰ ਕੋਈ ਡਾਊਟ ਹੈਗਾ ਤਾਂ ਜ਼ਰੂਰ ਸਾਡੇ ਅਸੀਂ ਡਿਸਪਲੇ ਹੁੰਦੇ ਨੰਬਰ 'ਤੇ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ। ਬਹੁਤ ਬਹੁਤ ਧੰਨਵਾਦ, ਬਹੁਤ ਮਹੱਤਵਪੂਰਨ ਜਾਣਕਾਰੀ। ਸੋ ਇਹ ਵੀ ਦੱਸਤਾ ਧੀਰਜ ਜੀ ਨੇ ਕਿ ਤੁਹਾਡੀ SOP ਕਿੰਨੀ ਲੰਬੀ ਹੋਣੀ ਚਾਹੀਦੀ ਹੈ। ਸੋ SOP ਕਿਵੇਂ ਲਿਖਣੀ ਹੈ, ਕਿਹੜੇ ਪੁਆਇੰਟਸ ਨੇ, ਵਿਦਿਆਰਥੀ ਆਪ ਲਿਖਣ, ਗਾਈਡ ਜ਼ਰੂਰ ਲੈਣ, ਗਾਈਡੈਂਸ ਲੈਣ, ਪਰ ਆਪ ਲਿਖਣ। ਸੋ SOP ਦੀ ਇੰਪੋਰਟੈਂਸ ਦੇ ਉੱਤੇ ਕੋਈ ਵੀ ਸੁਝਾਅ ਹੈ, ਕੋਈ ਸਲਾਹ ਹੈ, ਕੋਈ ਸਵਾਲ ਹੈ, 85-578 85-578। ਧੀਰਜ ਜੀ ਨੂੰ ਪਰਸਨਲੀ ਵੀ ਮਿਲੋ, ਫੋਨ ਕਰਕੇ ਸਲਾਹ ਮਸ਼ਵਰਾ ਕਰੋ, ਫਿਰ ਜ਼ਿੰਦਗੀ ਦੇ ਡਿਸੀਜਨ ਕਰੋ। ਬਹੁਤ ਧੰਨਵਾਦ।